ਨਾਮਾਂ ਦੇ ਨਾਲ ਇਸ ਨੂੰ ਪੁਕਾਰਿਆ ਗਿਆ। ਭਗਤ ਜਨ ਕੀ ਕਹਿ ਰਹੇ ਹੈ ਕਿ ਹੈ ਮੇਰੇ ਮਾਲਕ, ਹੈ ਮੇਰੇ ਡਾਢੇ, ਹੈ ਮੇਰੇ ਸਾਈਂ, ਸਾਡਾ ਦਿਲ ਨਹੀਂ ਕਰਦਾ ਹੁਣ ਇਸ ਪੰਜ ਭੌਤਿਕ ਸਰੀਰ, ਭਾਵ ਕਾਇਆ, ਨਗਰ, ਸ਼ਹਿਰ, ਕਿਲਾ, ਜੋ ਕੁਝ ਸਰੀਰ ਨੂੰ ਗੁਰਬਾਣੀ ਦੇ ਵਿੱਚ ਕਹਿ ਕੇ ਪੁਕਾਰੀ ਹੈ, ਪਿੰਡ, ਵੀ ਇਹ ਹੁਣ ਸਾਡਾ ਰਹਿਣ ਨੂੰ ਦਿਲ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਹਿੰਦੇ ਜਿਹੜੇ ਉਹ ਇਸ ਸ਼ਹਿਰ ਦੇ ਵਿੱਚ, ਇਸ ਪਿੰਡ ਦੇ ਵਿੱਚ, ਇਸ ਗਾਮ, ਕਈ ਥਾਂ ਤੇ ਇਸ ਨੂੰ ਪਿੰਡ ਆਖੇ, ਕਈ ਥਾਂ ਤੇ ਇਸ ਨੂੰ ਗਾਮ, ਗਾਉਂ, ਇਹ ਹਰਿਆਣੇ ਦੀ ਬੋਲੀ ਹੈ। ਹਿੰਦੀ ਦੇ ਵਿੱਚ ਵੀ ਤਕਰੀਬਨ ਗਾਮ ਕਹਿ ਦਿੰਦੇ ਆ। ਕਹਿੰਦੇ ਬਾਬਾ ਸਾਡਾ ਦਿਲ ਨਹੀਂ ਕਰਦਾ ਹੁਣ ਇਹਦੇ ਰਹਿਣ ਨੂੰ। ਕਿਉਂ? ਕਿਉਂਕਿ ਸਾਡੇ ਕੋਲੋਂ ਲੇਖਾ ਜੋਖਾ ਤੇ ਬੜਾ ਮੰਗਿਆ ਜਾਂਦਾ ਹੈ, ਪਰ ਸਾਨੂੰ ਨਾਮ ਜਪਣ ਦਾ ਸਮਾਂ ਨਹੀਂ ਦਿੱਤਾ ਜਾਂਦਾ। ਇਹ ਸੁਣਨ ਯੋਗ ਹੈ ਗੁਰਮੁਖ ਪਿਆਰਿਓ। ਭਗਤ ਕਹਿ ਰਹੇ ਹੈ ਬਾਬਾ ਅਬ ਨਾ ਬਸੂ ਇਹ ਗਾਉਂ। ਕਹਿੰਦੇ ਮੈਂ ਇਸ ਗਾਮ ਦੇ ਵਿੱਚ ਹੁਣ ਰਹਿਣਾ ਨਹੀਂ ਚਾਹੁੰਦਾ। ਕਿਉਂ? ਘਰੀ ਘਰੀ ਕਾ ਲੇਖਾ ਮੰਗੇ। ਕਹਿੰਦੇ ਮੇਰੇ ਕੋਲੋਂ ਘੜੀ ਘੜੀ ਦਾ ਲੇਖਾ ਮੰਗੇ। ਪੁੱਛਦੇ ਐ ਮੇਰੇ ਕੋਲੋਂ ਕਾਇਤ ਚੇਤਿਉ ਨਾਉ, ਵੀ ਨਾਮ ਤੂੰ ਦੱਸ ਕਦੋਂ ਚੇਤਿਆ। ਤੇ ਵਾਕਈ ਹੈ ਗੁਰਮੁਖ ਪਿਆਰਿਓ, ਸਚਾਈ ਹੈ। ਪੁੱਛਿਆ ਜਾਣਾ ਸਾਡੇ ਕੋਲੋਂ। ਤਾਂ ਹੀ ਤੇ ਭਗਤ ਕਬੀਰ ਨੇ ਆਖਿਆ, ਕਬੀਰ ਚਿੱਤਰ ਗੁਪਤ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਉਹਨਾਂ ਨੇ ਲੇਖਾ ਵੀ ਮੰਗਣਾ ਹੈ ਗੁਰਮੁਖ ਪਿਆਰਿਓ। ਜਦੋਂ ਲੇਖਾ ਮੰਗਣਾ ਸਾਡੇ ਕੋਲੇ ਜਵਾਬ ਨਹੀਂ ਹੋਣਾ ਕੋਈ ਵੀ। ਇਸੇ ਕਰਕੇ ਭਗਤਾਂ ਨੇ ਆਖਿਆ ਬਾਬਾ ਅਬ ਨਾ ਬਸੂ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ, ਕਾਇਤ ਚੇਤਿਉ ਨਾਉ। ਫਿਰ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਜਦੋਂ ਆਉਣਾ ਜੀਵ ਸ਼ੁਰੂ ਕਰਦਾ ਇੱਧਰ ਨੂੰ, ਭਾਵ ਇਹ ਪੰਜ ਭੌਤਿਕ ਸਰੀਰ ਨੂੰ ਛੱਡਣ ਦੀ ਤਿਆਰੀ ਕਰ ਲੈਂਦਾ, ਉਦੋਂ ਇਸ ਨੂੰ ਜਗਾਇਆ ਜਾਂਦਾ। ਜਦੋਂ ਪੰਜ ਭੌਤਿਕ ਸਰੀਰ ਛੱਡ ਕੇ ਫਿਰ ਇਸ ਨੂੰ ਕੁਝ ਦਿਨ ਲੇਖੇ ਤੇ ਜੋਖੇ ਦੇ ਲਈ ਮਿਲਦੇ ਆ। ਜੋ ਇਸ ਨੇ ਕਮਾਇਆ ਹੁੰਦਾ, ਜੋ ਇਸ ਨੇ ਖੱਟਿਆ ਹੁੰਦਾ, ਜੋ ਇਸ ਨੇ ਗਵਾਇਆ ਹੁੰਦਾ, ਇਸ ਨੂੰ ਆਖਿਆ ਜਾਂਦਾ ਚੱਲ ਚੱਲ, ਹੁਕਮ ਆਇਆ, ਫਰਮਾਨ ਆਇਆ ਦਰਗਾਹ ਦੇ ਵਿੱਚੋਂ, ਦੱਸ ਦੇ ਤੂੰ ਹੁਣ ਤੱਕ ਜਾ ਕੇ ਕੀ ਕੁਝ ਖੱਟਿਆ ਤੇ ਕੀ ਕੁਝ ਗਵਾਇਆ। ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਖੱਟਿਆ ਤੇ ਕੀ ਕਮਾਇਆ। ਅਸੀਂ ਤੇ ਕੋਈ 2 ਕਿੱਲਾ ਜ਼ਮੀਨ ਦੇ ਖਰੀਦ ਲਏ, ਕੋਈ 10-20 ਲੱਖ ਰੁਪਇਆ ਬੈਂਕ ਦੇ ਵਿੱਚ ਪਿਆ, ਅਤੇ ਭਗਤ ਜਨੋ ਮੰਨ ਲਿਆ ਕੋਈ 4 ਪਲਾਟ ਸ਼ਹਿਰ ਦੇ ਵਿੱਚ ਖਰੀਦ ਲਏ। ਅਸੀਂ ਕਹਿ ਦਿੰਦੇ ਹਾਂ ਬਹੁਤ ਖੱਟੀ ਖੱਟ ਲਈ। ਇਹ ਸਾਡੀ ਖੱਟੀ ਨਹੀਂ ਹੈ। ਖੱਟੀ ਤੇ ਸਾਡੀ ਉਹ ਹੈ ਜਿਹੜੀ ਅਸੀਂ ਇੱਥੋਂ ਨਾਲ ਲੈ ਕੇ ਜਾਵਾਂਗੇ। ਉੱਥੇ ਜਾ ਕੇ ਤੇ ਸਾਨੂੰ ਪੁੱਛਣਾ, ਉਹਨਾਂ ਨੇ ਕਹਿੰਦੇ ਦੱਸ ਕੀ ਖੱਟ ਕੇ ਲੈ ਕੇ ਆਏ ਹੈ। ਸਭ ਨੂੰ ਪਤਾ ਹੈ ਵੀ ਇੱਥੋਂ ਵਾਲੀ ਚੀਜ਼ ਤੇ ਉੱਥੇ ਕੋਈ ਜਾਣੀ ਨਹੀਂ। ਜਿੱਥੋਂ ਦੇ ਆਪਾਂ ਵਸਨੀਕ ਹਾਂ, ਜਿੱਥੋਂ ਦੇ ਆਪਾਂ ਰਹਿਣ ਵਾਲੇ ਹਾਂ, ਜਿੱਥੇ ਸਾਡਾ ਦਫ਼ਤਰ ਹੈ, ਜਿੱਥੇ ਸਾਡਾ ਲੇਖਾ ਜੋਖਾ ਮੰਗਿਆ ਜਾਣਾ, ਉਸ ਥਾਂ ਤੇ ਗੁਰਮੁਖ ਪਿਆਰਿਓ ਪੁੱਛਦੇ ਐ ਕਿਆ ਤੂੰ ਖੱਟਿਆ, ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਇਹ ਵੱਡਿਆ ਸਿਆਣਿਆ ਚੱਲ, ਤੈਨੂੰ ਦੀਵਾਨ ਬੁਲਾਇਆ, ਤੈਨੂੰ ਬੁਲਾਇਆ ਗਿਆ, ਪੁੱਛਿਆ ਗਿਆ ਤੈਨੂੰ ਹੁਣ ਤੂੰ ਜਾ ਕੇ ਲੇਖਾ ਜੋਖਾ ਦੇ। ਦੱਸ ਦੇ ਤੂੰ ਕੀ ਖੱਟ ਕੇ ਲੈ ਕੇ ਆਏ ਤੇ ਕੀ ਗਵਾ ਕੇ ਆਏ। ਹੁਣ ਗੁਰਮੁਖ ਪਿਆਰਿਓ ਕੁਝ ਕੁ ਵਿਰਲੇ ਜੀਵਾਂ ਨੂੰ ਛੱਡ ਕੇ ਇਹ ਨਹੀਂ ਪਤਾ ਲੱਗ ਜਾਣਾ ਕਿ ਅਸੀਂ ਕੀ ਗਵਾਇਆ ਇੱਥੇ ਆ ਕੇ।
ਤੇ ਕੀ ਅਸੀਂ ਖੱਟੇ ਇੱਥੇ ਆ ਕੇ ਨਹੀਂ ਪਤਾ ਲੱਗਣਾ। ਸਭ ਤੋਂ ਜੋ ਕੀਮਤੀ ਰਤਨ ਆਪਾਂ ਲੈ ਕੇ ਆਏ ਸੀ, ਸਭ ਤੋਂ ਜ਼ਿਆਦਾ ਕੀਮਤੀ ਹੀਰੇ ਜਵਾਹਰਤ ਜੋ ਲੈ ਕੇ ਆਏ ਸੀ, ਆਉਣ ਲੱਗੇ, ਉਹ ਸੀ ਸਾਡੇ ਕੋਲੇ ਸਵਾਸਾਂ ਰੂਪੀ ਰਤਨ। ਉਹ ਅਸੀਂ ਸਾਰੇ ਦੇ ਸਾਰੇ ਗਵਾ ਕੇ ਚਲੇ ਗਏ। ਕਿਉਂ ਗਵਾਏ? ਉਹ ਰਤਨ, ਉਹ ਸਵਾਸ ਆਪਾਂ ਨੂੰ ਨਾਮ ਦਾ ਵਪਾਰ ਕਰਨ ਦੇ ਲਈ ਮਿਲੇ ਸੀ। ਉਹਨਾਂ ਦੇ ਨਾਲ ਹੀ ਤੇ ਆਪਾਂ ਨੇ ਖੱਟੀ ਖੱਟਣੀ ਸੀ ਗੁਰਮੁਖ ਪਿਆਰਿਓ। ਉਹਨਾਂ ਦੇ ਨਾਲ ਹੀ ਆਪਾਂ ਨੇ ਖੱਟੀ ਖੱਟਣੀ ਸੀ। ਜਦੋਂ ਕੁਝ ਨਾ ਖੱਟਿਆ, ਗਵਾ ਕੇ ਉਹਨਾਂ ਨੂੰ ਚਲੇ ਗਏ। ਕਮਾਇਆ ਕੁਝ ਨਹੀਂ ਹੈ, ਖੱਟੀ ਕੋਈ ਖੱਟੀ ਨਹੀਂ, ਗਵਾ ਸਾਰਾ ਕੁਝ ਲਿਆ। ਫਿਰ ਧਰਮਰਾਜ ਤੇ ਚਿੱਤਰਗੁਪਤ ਬਹਿ ਕੇ ਜਦੋਂ ਲੇਖਾ ਜੋਖਾ ਜੋੜਦੇ ਆ, ਫਿਰ ਸਾਡੇ ਵੱਲ ਭਾਰੀ ਬਾਕੀ ਨਿਕਲ ਆਉਂਦੀ ਹੈ। ਬਾਕੀ ਕੀ ਕਰਜ਼ਾ ਸਾਡੇ ਵੱਲ ਭਾਰੀ ਨਿਕਲ ਆਉਂਦਾ। ਪਾਤਸ਼ਾਹ ਨੇ ਵੀ ਗੁਰਬਾਣੀ ਦੇ ਵਿੱਚ ਫਰਮਾਨ ਕਰਤਾ, ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਕਹਿੰਦੇ ਭਾਰੀ ਬਾਕੀ ਨਿਕਲਿਆ ਜੀ। ਹੁਣ ਦੱਸ ਫਿਰ ਤੂੰ ਕੀ ਕਰੇਂਗਾ ਜਦੋਂ ਤੇਰੇ ਵੱਲ ਭਾਰੀ ਬਾਕੀ ਨਿਕਲਿਆ। ਅਤੇ ਉਧਰੋਂ ਜਿਹੜੇ ਆਪਣੇ ਸਵਾਸ ਲੁੱਟਣ ਵਾਲੇ ਦੁਸ਼ਮਣ ਆ, ਜਿਸ ਵੇਲੇ ਗੁਰਮੁਖੋ ਲੇਖਾ ਜੋਖਾ ਹੋਣ ਲੱਗਦਾ ਨਾ, ਇਹ ਜਿਹੜੇ ਸਾਡੇ ਸਵਾਸ ਲੁੱਟ ਰਹੇ ਆ, ਜਿਹੜੇ ਹੁਣ ਸਾਡੇ ਮਿੱਤਰ ਬਣੇ ਹੋਏ ਆ, ਜਿਹੜੇ ਸਾਡੇ ਮਿੱਤਰ ਬਣੇ ਹੋਏ ਆ ਗੁਰਮੁਖੋ, ਇਹ ਬੰਦੇ, ਇਹਨਾਂ ਨੇ ਉਸੇ ਵੇਲੇ ਦੌੜ ਜਾਣਾ ਜਦੋਂ ਅਸੀਂ ਖਾਲੀ ਹੋ ਗਏ। ਜਿੰਨੀ ਦੇਰ ਅਸੀਂ ਖਾਲੀ ਨਹੀਂ ਹੁੰਦੇ ਨਾ, ਓਨੀ ਦੇਰ ਇਹ ਸਾਡੇ ਕੋਲ ਰਹਿੰਦੇ ਆ। ਓਨੀ ਦੇਰ ਉਹ ਭੁਲੇਖੇ ਦੇ ਦੇ ਕੇ ਸਾਡੇ ਕੀਮਤੀ ਰਤਨਾਂ ਨੂੰ ਲੁੱਟੀ ਜਾਂਦੇ ਆ। ਜਦੋਂ ਆਪਾਂ ਖਾਲੀ ਹੋ ਜਾਂਦੇ ਆ, ਉਸੇ ਵੇਲੇ ਇਹ ਜੀਵ ਤਾੜੀਆਂ ਮਾਰ ਕੇ ਸਾਈਡ ਤੇ ਚਲੇ ਜਾਂਦੇ ਆ, ਸਾਈਡ ਤੇ ਹੋ ਜਾਂਦੇ ਆ। ਕਹਿੰਦੇ ਉਹ ਵੱਡਿਆ ਖਿਲਾਰੀਆ, ਉਹ ਵੱਡਿਆ ਸਿਆਣਿਆ, ਉਹ ਤੇਰੇ ਰਤਨ ਤੇ ਅਸੀਂ ਲੁੱਟ ਲਏ ਸਾਰੇ। ਹੁਣ ਤੂੰ ਖਾਲੀ ਹੋ ਗਿਆ, ਹੁਣ ਤੇਰੇ ਕੋਲੇ ਕੁਝ ਨਹੀਂ, ਸਵਾਸਾਂ ਦਾ ਕੋਟਾ ਮੁੱਕ ਗਿਆ ਤੇਰਾ। ਹੁਣ ਸਾਨੂੰ ਹਿਸਾਬ ਕਿਤਾਬ ਦੇ, ਕਲੀਅਰ ਕਰ। ਜਾਂ ਹੁਣ ਦੇ ਚਿੱਤਰਗੁਪਤ ਨੂੰ, ਧਰਮਰਾਜ ਨੂੰ ਸੁਹਾਵ। ਇਹ ਕੌਣ ਨੇ ਜਿਹੜੇ ਸਾਡੇ ਸਵਾਸਾਂ ਨੂੰ ਲੁੱਟਦੇ ਆ? ਇਹ ਨੇ ਗੁਰਮੁਖੋ ਪੰਜ ਦੂਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜ ਯੋਧੇ ਆ, ਪੰਜ ਸ਼ੂਰਵੀਰ ਵੀ। ਇਹਨਾਂ ਨੂੰ ਪੰਜ ਠੱਗ ਵੀ ਕਹਿ ਦਿੱਤਾ, ਪੰਜ ਚੋਰ ਵੀ ਕਹਿ ਦਿੱਤਾ। ਅਤੇ ਇਹੀ ਪੰਜੇ ਸਾਡੇ ਸਵਾਸ ਲੁੱਟਣ ਤੋਂ ਬਾਅਦ ਜਦੋਂ ਅਸੀਂ ਖਾਲੀ ਹੋ ਜਾਂਦੇ ਆ, ਇੱਕ ਵਾਰ ਸਾਡੇ ਕੋਲੋਂ ਚਲੇ ਜਾਂਦੇ ਆ, ਫੇਰ ਭੇਸ ਬਦਲ ਕੇ ਆਉਂਦੇ ਆ। ਫਿਰ ਇਹ ਦੂਤ ਦਾ ਕੰਮ ਕਰਦੇ, ਜਮਦੂਤ ਦਾ ਕੰਮ ਕਰਦੇ ਆ। ਫਿਰ ਇਹੀ ਪੰਜੇ, ਸਮਝ ਗਏ ਨਾ? ਫਿਰ ਇਹੀ ਪੰਜ ਦੂਤਾਂ ਦਾ ਕੰਮ ਕਰਦੇ ਆ। ਫਿਰ ਇਹੀ ਨੇ ਜਿਹੜੇ ਸਾਨੂੰ ਸਜ਼ਾਵਾਂ ਦਿੰਦੇ ਆ। ਇਹ ਸਜ਼ਾਵਾਂ ਦਿੰਦੇ ਆ ਨਾ, ਫਿਰ ਇਹੀ ਨੇ ਗੁਰਮੁਖ ਪਿਆਰੇ। ਪਾਤਸ਼ਾਹ ਨੇ ਆਖਿਆ ਇਹ ਕੀ ਕੁਝ ਆਪਾਂ ਨੂੰ ਬਣ ਕੇ ਠੱਗਦੇ ਆ। ਕਰਸਾਨ ਇਹ ਬਣ ਜਾਂਦੇ ਆ, ਪਟਵਾਰੀ ਇਹ ਬਣ ਜਾਂਦੇ ਆ। ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਮਝਾਇਆ, ਪੰਜ ਕਰਸ਼ਾਨਵਾ ਭਾਗ ਗਏ। ਜਦੋਂ ਬਾਕੀ ਨਿਕਲ ਆਈ ਨਾ, ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਜਦੋਂ ਭਾਰੀ ਬਾਕੀ ਨਿਕਲ ਆਈ, ਇਹ ਪੰਜੇ ਭੱਜ ਲਏ। ਫਿਰ ਵੀ ਦੌੜ ਜੋ ਹੁਣ। ਪੰਜ ਕਰਸ਼ਾਨਵਾ ਭਾਗ ਗਏ, ਲੈ ਬਾਂਧੋ ਜੀਓ ਦਰਬਾਰੀ। ਆ ਜਿਹੜਾ ਜੀਵ ਸੀ ਨਾ, ਫਿਰ ਇਹਨਾਂ ਨੇ ਬੰਨ ਲਿਆ। ਫਿਰ ਇਹਨਾਂ ਦੁਸ਼ਮਣਾਂ ਨੇ, ਦੂਤਾਂ ਨੇ, ਪਹਿਰੇਦਾਰਾਂ ਨੇ, ਪੁਲਿਸ ਵਾਲਿਆਂ ਨੇ ਇਸ ਨੂੰ ਬੰਨ ਲਿਆ। ਕਹਿੰਦੇ ਆ ਜਾ ਫਿਰ ਹੁਣ ਲੇਖਾ ਜੋਖਾ ਦੇ ਮਿੱਤਰਾ।
ਇਸ ਕਰਕੇ ਗੁਰਮੁਖ ਪਿਆਰਿਓ ਅਜੇ ਵੀ ਸਮਝ ਲਓ, ਅਜੇ ਵੀ ਸਮਝ ਲਓ, ਜਦੋਂ ਇਹ ਪੰਜੇ ਦੂਤ ਆਪਾਂ ਨੂੰ ਪਕੜ ਲੈਂਦੇ ਆ, ਫਿਰ ਕੌਣ ਛਡਾਉਂਦਾ? ਪਤਾ ਫਿਰ ਕੌਣ ਛਡਾਉਂਦਾ? ਜਿਸ ਨੂੰ ਹੁਣ ਆਪਾਂ ਯਾਦ ਨਹੀਂ ਕਰਦੇ, ਉਹ ਸਾਨੂੰ ਛਡਾਉਂਦੇ ਆ। ਜਿਸ ਨੂੰ ਯਾਦ ਕਰਦੇ ਆ, ਇਹ ਸਾਨੂੰ ਬੰਨ ਲੈਂਦੇ ਆ। ਪੰਜ ਯਾਦ ਕਿਹਨੂੰ ਕਰਦੇ ਆ? ਮਾਇਆ ਨੂੰ। ਆ ਪੰਜਾਂ ਦੇ ਅੰਦਰ ਰਹਿੰਦੇ ਆ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਨੂੰ ਤੇ ਯਾਦ ਕਰਦੇ ਆ, ਇਹਨਾਂ ਨੂੰ ਤੇ ਛੱਡ ਨਹੀਂ ਪਾਉਂਦੇ ਅਸੀਂ। ਪਰ ਛਡਾਏਗਾ ਕੌਣ ਸਾਨੂੰ? ਜੋ ਅਸੀਂ ਜਪਿਆ ਨਹੀਂ ਨਾਮ, ਉਹ ਛਡਾਏਗਾ ਸਾਨੂੰ। ਪਾਤਸ਼ਾਹ ਵੀ ਕਹਿ ਰਹੇ ਹੈ ਗੁਰਬਾਣੀ ਦੇ ਵਿੱਚ, ਜਬ ਜਮ ਆਏ ਕੇਸ ਤੇ ਪਕੜੈ। ਕਹਿੰਦੇ ਜਦੋਂ ਜਮ ਆ ਕੇ ਕੇਸਾਂ ਤੋਂ ਫੜ ਲੈਂਦੇ ਆ। ਜਬ ਜਮ ਆਏ ਕੇਸ ਤੇ ਪਕੜੈ, ਤਹ ਹਰ ਕੋ ਨਾਮ ਛਡਾਵਣ। ਕਹਿੰਦੇ ਉੱਥੇ ਤੈਨੂੰ ਹਰੀ ਦਾ ਨਾਮ ਛਡਾਏਗਾ, ਹਰੀ ਦਾ ਨਾਮ ਛਡਾਏਗਾ ਗੁਰਮੁਖ ਪਿਆਰਿਓ ਉਸ ਥਾਂ ਦੇ ਉੱਤੇ। ਹੁਣ ਇਹ ਆਪਣੇ ਤੇ ਮਨਸਰ ਕਰਦਾ, ਆਪਣੇ ਤੇ ਡਿਪੈਂਡ ਕਰਦਾ ਕਿ ਅਸੀਂ ਹਰੀ ਦਾ ਉਹ ਨਾਮ ਜਪੀਏ ਜਾਂ ਨਹੀਂ ਜਪਿਆ। ਅਸੀਂ ਮਾਲਕ ਨੂੰ ਪਾ ਸਕਦੇ ਹਾਂ, ਉਸ ਮੰਜ਼ਿਲ ਤੇ ਪਹੁੰਚ ਗਏ ਜਾਂ ਫਿਰ ਨਹੀਂ ਪਹੁੰਚੇ। ਕਿਵੇਂ ਪਾ ਸਕਦੇ ਹਾਂ ਅਸੀਂ ਮਾਲਕ ਨੂੰ? ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਬੜਾ ਸੋਹਣਾ ਤਰੀਕਾ ਸਮਝਾਇਆ ਮਾਲਕ ਨੂੰ ਪਾਉਣ ਦਾ। ਕੀ ਆਖੀਏ? ਪਾਤਸ਼ਾਹ ਕਹਿੰਦੇ, ਉਹ ਦੁਨੀਆ ਦੇ ਲੋਗੋ, ਉਹ ਦੁਨੀਆ ਦੇ ਲੋਗੋ, ਮੈਂ ਸੱਚ ਕਹਿ ਰਿਹਾ ਸੁਣ ਲਓ ਸਾਰੇ। ਮੈਂ ਸੱਚ ਕਹਿ ਰਿਹਾ, ਤੁਸੀਂ ਸਾਰੇ ਸੁਣ ਲਓ, ਸੁਣ ਲਓ ਸਾਰੇ। ਕਹਿੰਦੇ ਐਦਾਂ ਕਹਿ ਰਹੇ ਆ ਗੁਰਮੁਖ ਪਿਆਰਿਓ ਪਾਤਸ਼ਾਹ ਸਾਨੂੰ। ਜੇ ਅਸੀਂ ਫੇਰ ਵੀ ਨਹੀਂ ਸੁਣਦੇ, ਫਿਰ ਦੱਸੋ ਕੀ ਗਲਤੀ ਹੈ ਸਾਡੀ? ਮਾਲਕ ਦੀ ਕੀ ਗਲਤੀ ਹੈ ਫਿਰ? ਪਾਤਸ਼ਾਹ ਤੇ ਕਹਿ ਰਿਹਾ ਹੈ, ਸਾਚ ਕਹੂੰ ਸੁਣ ਲੇਹੋ ਸਭ ਹੈ। ਉਹ ਕਹਿੰਦੇ ਮੈਂ ਸੱਚ ਕਹਿਣਾ, ਤੁਸੀਂ ਸਾਰੇ ਸੁਣ ਲਓ। ਸਾਚ ਕਹੂੰ ਸੁਣ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਤਾ ਲੱਗ ਗਿਆ ਹੁਣ ਕਿੱਦਾਂ ਪਾਉਣਾ? ਪ੍ਰੇਮ ਕਰਨਾ। ਹੁਣ ਪ੍ਰੇਮ ਕਿਹਨੂੰ ਕਰਨਾ? ਉਹ ਕੱਲੇ ਕਿਤੇ ਆਪਦੇ ਧੀਆਂ ਪੁੱਤਾਂ ਨੂੰ ਪ੍ਰੇਮ ਨਾ ਕਰੀ ਜਾਇਓ, ਕੱਲੇ ਕਿਤੇ ਮਾਇਆ ਨੂੰ ਪ੍ਰੇਮ ਨਾ ਕਰੀ ਜਾਇਓ। ਕਿਤੇ ਫਿਰ ਜਾ ਕੇ ਕਹੋਗੇ ਕਿ ਮੇਰੇ ਮਾਲਕਾ ਅਸੀਂ ਤੇ ਬੜਾ ਪ੍ਰੇਮ ਕੀਤਾ, ਪਰ ਕੀਤਾ ਆਪਦਿਆਂ ਦੇ ਨਾਲ, ਦੂਜਿਆਂ ਦੇ ਨਾਲ ਨਫ਼ਰਤ ਕੀਤੀ ਸੀ। ਪਿਆਰ ਕੀਤਾ ਤੇ ਤੁਸੀਂ, ਪਰ ਆਪਣਿਆਂ ਨਾਲ ਕੀਤਾ ਨਹੀਂ। ਗੁਰਮੁਖ ਪਿਆਰਿਓ ਕੀ ਆਖਿਆ ਪਾਤਸ਼ਾਹ ਨੇ? ਸਾਰਿਆਂ ਨੂੰ ਆਖਿਆ, ਸਾਰਿਆਂ ਨੂੰ। ਸਾਚ ਕਹੂੰ ਸੁਣ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਾਂ ਨੇ ਪ੍ਰੇਮ ਕਰਨਾ ਕਿਹਦੇ ਨਾਲ? ਉਸ ਕੁਦਰਤ ਦੇ ਨਾਲ ਸਾਜੀ, ਜਿਹਨੇ ਉਹ ਕੁਦਰਤ ਸਾਜੀ ਹੈ, ਜਿੰਨੀ ਸਾਜੀ ਹੈ। ਸਭੇ ਕੁਦਰਤ ਸਾਜੀ। ਜਿਹੜੀ ਕੁਦਰਤ ਸਾਜੀ ਹੈ ਨਾ ਮੇਰੇ ਮਾਲਕ ਨੇ, ਇਸ ਦੇ ਨਾਲ ਸਾਰੀ ਦੇ ਨਾਲ ਪਿਆਰ ਕਰਨਾ। ਕਿਉਂ? ਕਿਉਂਕਿ ਸਾਰੀ ਦੇ ਵਿੱਚ ਹੀ ਤੇ ਮਾਲਕ ਮੌਜੂਦ ਹੈ। ਸਾਰੀ ਕੁਦਰਤ ਦੇ ਵਿੱਚ ਮਾਲਕ ਮੌਜੂਦ ਹੈ। ਕਣ ਕਣ ਮੈਂ ਹਰ ਜਿਉ ਬਸੈ, ਸੰਤਨ ਕਿਹੋ ਪੁਕਾਰ। ਕਹਿੰਦੇ ਸੰਤ ਜਨੋ, ਸੰਤ ਜਨੋ, ਇਹ ਕਣ ਕਣ ਦੇ ਵਿੱਚ ਮਾਲਕ ਵਸਦਾ ਹੈ। ਜਿਸ ਦੇ ਨਾਲ ਆਪਾਂ ਨਫ਼ਰਤ ਕਰਦੇ ਆ ਨਾ, ਨਫ਼ਰਤ, ਉਸ ਦੇ ਵਿੱਚ ਵੀ ਗੁਰਮੁਖ ਪਿਆਰਿਓ ਮਾਲਕ ਵਸਦਾ, ਪਰਮਾਤਮਾ ਵਸਦਾ, ਡਾਢਾ ਵਸਦਾ, ਮੇਰਾ ਸਾਈਂ ਵਸਦਾ ਉਸ ਦੇ ਅੰਦਰ ਵੀ, ਜਿਸ ਦੇ ਨਾਲ ਅਸੀਂ ਨਫ਼ਰਤ ਕਰਦੇ ਹਾਂ। ਅਤੇ ਜਿਹੜੀ ਅਸੀਂ ਨਫ਼ਰਤ ਕਰਦੇ ਹਾਂ, ਉਹ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਧਨ ਨੂੰ ਹੜਪ ਕੇ ਨਾ,
ਸੁਖ ਲੈਣਾ ਚਾਹੁੰਦੇ ਆ। ਮੇਨ ਕਹਾਣੀ ਜਿਹੜੀ ਨਫ਼ਰਤ ਕਰਨ ਦੀ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਾ ਹੱਕ ਖੋ ਕੇ, ਉਸ ਦੀ ਜਾਇਦਾਦ ਖੋ ਕੇ ਅਸੀਂ ਆਪਣੇ ਕਬਜ਼ੇ ਦੇ ਵਿੱਚ ਕਰਕੇ ਅਸੀਂ ਸੁੱਖ ਮਾਣਨਾ ਚਾਹੁੰਦੇ ਆ। ਜਦੋਂ ਕਿ ਪਾਤਸ਼ਾਹ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ, ਉਹ ਸੁੱਖ ਸਾਨੂੰ ਧਨ ਖੱਟੇ ਤੋਂ, ਜਾਇਦਾਦ ਲੁੱਟੇ ਤੋਂ ਨਹੀਂ ਮਿਲਣਾ। ਸੁੱਖ ਸਾਨੂੰ ਇਹ ਸਭ ਕੁਝ ਕਰੇ ਤੋਂ ਨਹੀਂ ਮਿਲਣਾ, ਗੁਰਮੁਖ ਪਿਆਰਿਓ, ਨਹੀਂ ਮਿਲਣਾ। ਫਿਰ ਕਿੱਦਾਂ ਮਿਲੇਗਾ ਸੁੱਖ? ਔਰ ਉਹ ਵੀ ਆਤਮਕ ਸੁੱਖ, ਆਤਮਕ ਸੁੱਖ। ਇੱਥੇ ਵੀ ਮੇਰੇ ਸਾਹਿਬਾਂ ਨੇ ਬੜਾ ਸੋਹਣਾ ਵਚਨ ਫਰਮਾਨ ਕੀਤਾ, ਬੜਾ ਸੋਹਣਾ ਵਚਨ ਫਰਮਾਨ ਕੀਤਾ। ਮੇਰੇ ਸਾਹਿਬਾਂ ਨੇ ਕਹਿ ਦਿੱਤਾ, ਸੰਤੋ ਸੁਣੋ ਸੁਣੋ ਜਨ ਭਾਈ। ਕੀ ਕਹਿ ਰਹੇ ਹੈ? ਪੁਕਾਰ ਪੁਕਾਰ ਕੇ ਮੇਰੇ ਸਾਹਿਬਾਂ ਕਹਿੰਦੇ ਆ, ਸੰਤ ਕਹਿ ਕੇ ਪੁਕਾਰ ਰਹੇ ਆ ਆਪਾਂ ਨੂੰ ਸਾਰਿਆਂ ਨੂੰ, ਆਪਾਂ ਨੂੰ ਸਾਰਿਆਂ ਨੂੰ ਸੰਤ ਕਹਿ ਕੇ ਪੁਕਾਰ ਰਹੇ ਆ। ਸੰਤੋ ਸੁਣੋ ਸੁਣੋ, ਕਹਿੰਦੇ ਸੁਣ ਲਓ ਸਾਰੇ। ਕਹਿੰਦੇ ਕੀ ਸੁਣੀਏ, ਕੀ ਸੁਣੀਏ? ਕਹਿੰਦੇ ਜੇ ਤੁਸੀਂ ਸੁੱਖ ਲੈਣੇ ਨਾ, ਸੁੱਖ ਲੈਣ ਦੀ ਦਵਾਈ ਦੱਸਦੇ ਐ ਮੇਰੇ ਸ਼ਹਿਨशाह। ਸੁੱਖ ਲੈਣ ਦੀ ਜੁਗਤੀ ਦੱਸਦੇ ਐ, ਸੁੱਖ ਲੈਣ ਦਾ ਢੰਗ ਦੱਸਦੇ ਐ ਗੁਰਮੁਖੋ, ਢੰਗ ਜੁਗਤੀ ਦੱਸਦੇ ਐ। ਪਾਤਸ਼ਾਹ ਕਹਿ ਰਹੇ ਐ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹਾਂ ਕਕੀਜੈ। ਦੇਖੋ ਕਿੰਨਾ ਡੂੰਘਾ ਸ਼ਬਦ ਮੇਰੇ ਸਾਹਿਬਾਨ ਨੇ ਫਰਮਾਨ ਕੀਤਾ। ਜਿੱਦਾਂ ਆਪਾਂ ਆਮ ਦੁਨਿਆਵੀ ਗੱਲਾਂ ਦੇ ਵਿੱਚ ਨਾ ਬਾਂਹ ਕੱਢ ਕੇ ਗੱਲ ਨੂੰ ਕਰਦੇ ਆਂ, ਜਾਂ ਕਈ ਵਾਰੀ ਲੜਾਈ ਲੜਦੇ ਸਮੇਂ ਅਸੀਂ ਬਾਂਹ ਕੱਢ ਕੇ ਇੱਕ ਦੂਜੇ ਨੂੰ ਮਿਹਣੇ ਮਾਰਦੇ ਆਂ, ਉਸ ਵੇਲੇ ਕੀ ਹੁੰਨੇ ਆ ਅਸੀਂ? ਧਿਆਨ ਇਕਾਗਰ ਹੁੰਦਾ, ਸਾਰਾ ਧਿਆਨ ਸਾਡਾ ਕਨਵਰਟ ਨਹੀਂ ਹੁੰਦਾ ਪਰੇ ਪਾਸੇ। ਜਿਹੜੀ ਗੱਲ ਅਸੀਂ ਅੱਗੇ ਕਿਸੇ ਨੂੰ ਸੁਣਾਉਣੀ ਚਾਹੁੰਦੇ ਆ, ਉਹ ਸਾਰੀ ਗੱਲ ਅਗਲੇ ਦੇ ਕੰਨਾਂ ਤੱਕ ਪਹੁੰਚ ਜਾਵੇ। ਇਹਦਾ ਮਤਲਬ ਇਹ ਹੁੰਦਾ ਬਾਂਹ ਕੱਢਣ ਦਾ ਤੇ ਥੋੜਾ ਉੱਚੀ ਬੋਲਣ ਦਾ, ਕਕਾਉਣ ਦਾ, ਤਾਂ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਸਾਹਮਣੇ ਵਾਲੇ ਦੇ, ਸੁਣਨ ਵਾਲੇ ਦੇ ਦਿਮਾਗ ਦੇ ਵਿੱਚ ਪਹੁੰਚ ਜਾਵੇ ਸਾਰੀ ਗੱਲ। ਕੀ ਆਖਿਆ ਪਾਤਸ਼ਾਹ ਨੇ? ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹਾਂ ਕਕੀਜੈ। ਬਾਂਹ ਕੱਢ ਕੇ, ਗੁਰ ਕਾਢੀ ਬਾਹਾਂ ਕਕੀਜੈ, ਜੇ ਆਤਮਕ ਸੁਖ ਸੁਖ ਨਿਤ ਲੋੜੈ। ਜੇ ਕਹਿੰਦੇ ਆਤਮਕ ਸੁਖ, ਅੰਦਰਲਾ ਸੁਖ ਲੋੜਦੇ ਹੋ, ਅਤੇ ਉਹ ਵੀ ਹਮੇਸ਼ਾ ਵਾਸਤੇ, ਨਿਤ ਵਾਸਤੇ ਲੋੜਦੇ ਹੋ। ਕਹਿੰਦੇ ਇੱਕ ਤੇ ਆਮ ਸੁਖ ਹੁੰਦਾ ਨਾ 2 ਮਿੰਟਾਂ ਦਾ, ਪਾਤਸ਼ਾਹ ਕਹਿੰਦੇ ਹਮੇਸ਼ਾ ਵਾਸਤੇ। ਜੇ ਆਤਮਕ ਸੁਖ ਸੁਖ ਨਿਤ ਲੋੜੈ, ਤਾਂ ਸਤਿਗੁਰ ਸ਼ਰਨ ਭਵੀਜੈ। ਕਹਿੰਦੇ ਤਾਂ ਤੁਸੀਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਓ। ਐਦਾਂ ਗੁਰਮੁਖ ਪਿਆਰਿਓ, ਆਪਾਂ ਨੂੰ ਸਾਹਿਬਾਂ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ। ਹੁਣ ਆਪਾਂ ਵੀ ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰੋ। ਜੋ ਆਪਾਂ ਕਰਮ ਕਰਦੇ ਆ ਸਾਰਾ ਦਿਨ, ਉਹ ਕਾਹਦੇ ਲਈ ਕਰਦੇ ਆ? ਕਾਹਦੇ ਲਈ ਕਰਦੇ ਆ? ਉਹ ਸੁੱਖ ਵਾਸਤੇ। ਕੋਈ ਕਿਸੇ ਪ੍ਰਕਾਰ ਦਾ ਸੁੱਖ ਹੈ, ਕੋਈ ਕਿਸੇ ਪ੍ਰਕਾਰ ਦਾ ਸੁੱਖ ਹੈ। ਕੋਈ ਸੁਖੀ ਚਾਹੁੰਦੇ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਜਾਇਦਾਦ ਬਣਾ ਕੇ ਸੁਖੀ ਰਹਿਣਾ ਚਾਹੁੰਦਾ, ਕੋਈ ਬੱਚਿਆਂ ਦਾ ਮਕਾਨ ਬਣਾ ਕੇ, ਕੋਈ ਬੱਚਿਆਂ ਨੂੰ ਬਹੁਤ ਪੜ੍ਹਾ ਲਿਖਾ ਕੇ, ਕੋਈ ਬੱਚਿਆਂ ਨੂੰ ਫੌਰਨ ਭੇਜ ਕੇ ਸੁਖੀ ਹੋਣਾ ਚਾਹੁੰਦਾ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ। ਪਰ ਗੁਰਮੁਖ ਪਿਆਰਿਓ, ਮੇਰੇ ਸਾਹਿਬਾਂ ਕੀ ਕਹਿੰਦੇ ਆ? ਜੇ ਕਹਿੰਦੇ ਤੁਸੀਂ ਸੁਖੀ ਹੋਣਾ, ਨਾ ਤੇ ਤੁਸੀਂ ਕੁਝ ਲੁੱਟ ਕੇ ਸੁਖੀ ਹੋ ਸਕਦੇ ਹੋ, ਨਾ ਤੁਸੀਂ ਧਨ ਦੇ ਨਾਲ ਸੁਖੀ ਹੋ ਸਕਦੇ ਹੋ, ਨਾ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਘੁੰਮ ਕੇ ਖੁਸ਼ੀ ਹੋ ਸਕਦੇ ਹੋ, ਨਾ ਕਹਿੰਦੇ ਤੁਸੀਂ ਖੁਸ਼ ਹੋਣ ਵਾਸਤੇ ਜਿਹੜੇ ਫਿਲਮਾਂ
ਨਾਟਕ ਚੇਟਕ ਵੇਖਦੇ ਆ, ਕਹਿੰਦੇ ਨਾ ਤੁਸੀਂ ਇਹਨਾਂ ਦੇ ਨਾਲ ਖੁਸ਼ ਹੋ ਸਕਦੇ। ਫਿਰ ਕਾਹਦੇ ਨਾਲ ਹੋਵਾਂਗੇ? ਪਾਤਸ਼ਾਹ ਕਹਿੰਦੇ ਨਾਮ ਦੇ ਨਾਲ। ਹੁਣ ਕੀ ਕਹਿ ਰਹੀ ਹੈ ਗੁਰਬਾਣੀ ਦੇ ਵਿੱਚ ਪਾਤਸ਼ਾਹ? ਪਾਤਸ਼ਾਹ ਕਹਿੰਦੇ ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਨਿਰਤ ਨਾਟੇ ਕਹਿੰਦੇ ਆ ਨਾਟਕ ਚੇਟਕਾਂ। ਸੁਖ ਨਾਹੀ ਬਹੁ ਦੇਸ ਕਮਾਏ, ਕਹਿੰਦੇ ਬਾਹਰ ਜ਼ਿਆਦਾ ਦੇਸਾਂ ਦੇ ਵਿੱਚ ਘੁੰਮਣ ਨਾਲ ਵੀ ਸੁੱਖ ਨਹੀਂ ਮਿਲਣਾ। ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਨਾਨਕ ਹਰ ਗੁਣ ਗਾਏ। ਕਹਿੰਦੇ ਸਾਰਾ ਸੁਖ ਇਹ ਹੈ ਜਦੋਂ ਅਸੀਂ ਹਰੀ ਦਾ, ਮਾਲਕ ਦਾ, ਨਾਨਕ ਦੇ ਗੁਣ ਗਾਵਾਂਗੇ, ਉਹਦੇ ਵਿੱਚ ਆਪਾਂ ਨੂੰ ਸੁਖ ਮਿਲੇਗਾ। ਹੁਣ ਜਦੋਂ ਗੁਰਮੁਖ ਪਿਆਰਿਓ ਉਹਦੇ ਵਿੱਚ ਸੁਖ ਮਿਲੇਗਾ, ਫਿਰ ਅਸੀਂ ਕਿਉਂ ਨਹੀਂ ਨਾਮ ਜਪਦੇ? ਫਿਰ ਕਿਉਂ ਨਹੀਂ ਜਪਦੇ? ਫਿਰ ਤੇ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਬਚਨਾਂ ਨੂੰ ਮੰਨ ਲੈਣਾ ਚਾਹੀਦਾ, ਮੰਨ ਲੈਣਾ ਚਾਹੀਦਾ। ਪਾਤਸ਼ਾਹ ਕਹਿੰਦੇ ਜਿਹੜਾ ਇਹ ਤੁਸੀਂ ਦੀਨ ਦੁਨੀਆ ਦੇ ਨਾਲ, ਇਹ ਲੁਕਾਈ ਦੇ ਨਾਲ ਪਿਆਰ ਕਰਦੇ ਹੋ ਨਾ, ਕਹਿੰਦੇ ਇਹ ਸਾਰੇ ਬਿਨਸਨਹਾਰ ਨੇ, ਸਾਰੇ ਬਿਨਸਨਹਾਰ ਨੇ, ਇੱਥੇ ਰਹਿਣੇ ਨਹੀਂ ਕਿਸੇ ਨੇ। ਕਿਹਦੇ ਨਾਲ ਪਿਆਰ ਕਰਨ ਲੱਗ ਗਿਆ ਤੂੰ? ਇਹ ਵੀ ਪਤਾ ਨਹੀਂ ਉਹ ਤੇਰੇ ਨਾਲੋਂ ਪਹਿਲਾਂ ਚਲੇ ਜਾਣ ਸਾਰੇ, ਜਿਨ੍ਹਾਂ ਦੇ ਨਾਲ ਤੂੰ ਪਿਆਰ ਕਰਦਾ, ਜਾਂ ਉਹ ਰਹਿ ਜਾਣ ਤੂੰ ਚਲਾ ਜਾਏ। ਫਿਰ ਮੇਰੇ ਪਾਤਸ਼ਾਹ ਵੀ ਕਹਿ ਰਹੇ ਹੈ, ਤਿਸ ਸਿਉ ਨੇਹ ਨਾ ਕੀਚਈ, ਜੋ ਦੀਸੈ ਚਾਲਣਹਾਰ। ਨੇਹ ਕਹਿੰਦੇ ਆ ਪਿਆਰ ਨੂੰ, ਕਹਿੰਦੇ ਉਹਦੇ ਨਾਲ ਪਿਆਰ ਨਾ ਕਰੀ ਜਿਹੜਾ ਤੈਨੂੰ ਐਂ ਲੱਗਦਾ ਹੈ ਕਿ ਇਸ ਨੇ ਚਲੇ ਜਾਣਾ ਇੱਥੋਂ। ਤਿਸ ਸਿਉ ਨੇਹ ਨਾ ਕੀਚਈ, ਜੋ ਦੀਸੈ ਚਾਲਣਹਾਰ। ਫਿਰ ਕਿਹਦੇ ਨਾਲ ਕਰਨਾ? ਜਿਹੜਾ ਹਮੇਸ਼ਾ ਦੇ ਲਈ, ਹਮੇਸ਼ਾ ਦੇ ਲਈ ਕਾਇਮ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਹੁਣ ਵੀ ਰਹੇਗਾ, ਅੱਗੇ ਵੀ ਰਹੇਗਾ। ਉਹ ਕੌਣ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਦੇ ਨਾਲ ਪਿਆਰ ਕਰੋ ਗੁਰਮੁਖੋ, ਇਸ ਦੇ ਨਾਲ ਪਿਆਰ ਕਰੋ। ਫਿਰ ਕਿੱਦਾਂ ਕਰੀਏ ਇਸ ਦੇ ਨਾਲ ਪਿਆਰ? ਇਸ ਦੇ ਨਾਲ ਪਿਆਰ ਕਰਨ ਦੇ ਲਈ ਆਪਾਂ ਨੂੰ ਜੋ ਸਾਹਿਬਾਂ ਨੇ ਗੁਰਮੰਤਰ ਦਿੱਤਾ ਹੈ, ਉਸ ਨੂੰ ਜਪ ਜਪ ਕੇ ਆਪਾਂ ਇਸ ਡਾਢੇ ਦੇ ਨਾਲ ਪਿਆਰ ਕਰਨਾ। ਆਪਾਂ ਇਸ ਡਾਢੇ ਦੇ ਨਾਲ ਪਿਆਰ ਕਰਨਾ ਗੁਰਮੁਖ ਪਿਆਰਿਓ। ਕਿਉਂ? ਕਿਉਂਕਿ ਗੁਰਮੁਖ ਪਿਆਰਿਓ ਬਾਕੀ ਸਾਰੀਆਂ ਚੀਜ਼ਾਂ ਬਿਨਸਨਹਾਰ ਨੇ, ਸਾਰੀਆਂ ਬਿਨਸਨਹਾਰ ਨੇ। ਫਿਰ ਇਹ ਜਿਹੜਾ ਮਨ ਹੈ ਇਹ ਇਹਨਾਂ ਦੇ ਨਾਲ ਪਿਆਰ ਕਿਉਂ ਕਰਦਾ? ਬਿਨਸਨਹਾਰ ਦੇ ਨਾਲ। ਪਾਤਸ਼ਾਹ ਕਹਿੰਦੇ ਇਸ ਨੇ ਮੱਤ ਚੰਗੇ ਬੰਦਿਆਂ ਦੀ ਨਹੀਂ ਲਈ, ਮੱਤ ਲੈ ਲਈ ਇਸ ਨੇ ਠੱਗਾਂ ਦੀ, ਚੋਰਾਂ ਦੀ। ਇਸ ਨੇ ਵਪਾਰ ਕੀਤਣ ਲੱਗ ਗਿਆ ਠੱਗਾਂ ਚੋਰਾਂ ਦੇ ਨਾਲ। ਇਸ ਦੀ ਉੱਠਣੀ ਬੈਠਣੀ ਹੋ ਗਈ ਠੱਗਾਂ ਚੋਰਾਂ ਦੇ ਨਾਲ। ਇਸੇ ਕਰਕੇ ਫਿਰ ਭਗਤ ਜਨ ਇਸ ਮਨ ਨੂੰ ਪੁੱਛਦੇ ਆ, ਪੁੱਛਦੇ ਆ ਇਸ ਮਨ ਨੂੰ, ਮਨ ਰੇ ਕੌਣ ਕਮਤ ਤੈਂ ਲੀਨੀ। ਕਹਿੰਦੇ ਦੱਸ ਤੂੰ ਕਿੱਦਾਂ ਦੀ ਕਮਤ ਲੈ ਲਈ? ਲੈਣੀ ਮਤ ਸੀ, ਲੈ ਲਈ ਤੂੰ ਕਮਤ, ਕੱਕੇ ਨਾਲ, ਕੋ ਮਤ। ਲੈਣੀ ਮਤ ਸੀ। ਮਨ ਰੇ ਕੌਣ ਕੁਮਤ ਤੈਂ ਲੀਨੀ। ਕੀ ਕੀਤੇ? ਪਰ ਦਾਰਾ ਨਿੰਦਾ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਕਹਿੰਦੇ ਪਰਾਇਆ ਜੀ, ਪਰਾਈ ਔਰਤ, ਪਰਾਇਆ ਮਰਦ, ਨਿੰਦਿਆ, ਨਿੰਦਿਆ ਦਾ ਰਸ, ਪਰ ਦਾਰਾ
ਦਾਰਾ ਮੀਨਜ਼ ਔਰਤ ਜਾਂ ਮਰਦ ਕਹਿ ਸਕਦੇ ਹਾਂ ਅਸੀਂ। ਨਿੰਦਾ ਰਸ, ਨਿੰਦਾ ਦਾ ਰਸ। ਪਰ ਦਾਰਾ ਨਿੰਦਾ ਰਸ ਰਚਿਓ, ਕਹਿੰਦੇ ਇਹਨਾਂ ਦੇ ਨਾਲ ਤੂੰ ਰਚ ਮਿਚ ਗਿਆ। ਰਾਮ ਭਗਤ ਨਹੀਂ ਕੀਨੀ, ਕਹਿੰਦੇ ਰਾਮ ਦੀ ਭਗਤੀ ਨਹੀਂ ਕੀਤੀ, ਉਸ ਮਾਲਕ ਦੀ ਭਗਤੀ ਨਹੀਂ ਕੀਤੀ। ਭਲਿਆ ਤੈਂ ਕਰਨੀ ਤੇ ਉਸ ਦੀ ਭਗਤੀ ਦੀ। ਫਿਰ ਗੁਰਮੁਖ ਪਿਆਰਿਓ, ਜੇ ਆਪਾਂ ਨੂੰ ਹੁਣ ਇੰਨੀ ਕੁ ਗੱਲ ਦੀ ਸਮਝ ਆ ਗਈ ਨਾ, ਤਾਂ ਆਪਾਂ ਉਸ ਮਾਲਕ ਦੀ, ਉਸ ਸੱਚੇ ਦੀ, ਉਸ ਡਾਢੇ ਦੀ ਭਗਤੀ ਹੁਣ ਕਰ ਲਈਏ। ਅਤੇ ਪਾਤਸ਼ਾਹ ਕੀ ਕਹਿ ਰਿਹਾ, ਕਹਿੰਦੇ ਦੂਜਾ ਤੈਨੂੰ ਇੱਕ ਹੋਰ ਸ਼ੱਕ ਪੈ ਗਿਆ, ਜਿਹੜਾ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ। ਸ਼ੱਕ ਇਹ ਪੈ ਗਿਆ ਕਿ ਮੈਨੂੰ ਧਨ ਦੇ ਨਾਲ ਸੁੱਖ ਮਿਲ ਜਾਣਾ, ਮੈਨੂੰ ਧਨ ਦੇ ਨਾਲ ਸੁੱਖ ਮਿਲ ਜਾਣਾ। ਪਾਤਸ਼ਾਹ ਕਹਿੰਦੇ ਨਹੀਂ, ਨਾ ਤੈਨੂੰ ਧਨ ਦੇ ਨਾਲ ਸੁੱਖ ਮਿਲਣਾ, ਨਾ ਤੈਨੂੰ ਧਨ ਦੇ ਨਾਲ ਉਹ ਮੁਕਤੀ ਦਾ ਰਸਤਾ ਮਿਲਣਾ। ਜਿਹੜੀ ਕੁਝ ਕੁ ਥੋੜੀ ਥੋੜੀ ਤੇਰੇ ਮਨ ਦੇ ਵਿੱਚ ਇਹ ਵੀ ਇੱਛਾ ਹੈ ਨਾ ਕਿ ਮੈਨੂੰ ਮੁਕਤੀ ਮਿਲ ਜਾਵੇ, ਮੈਨੂੰ ਮੁਕਤੀ ਮਿਲ ਜਾਵੇ, ਉਹ ਤੇ ਤੂੰ ਜਾਣਿਆ ਹੀ ਨਹੀਂ, ਉਹਦੇ ਬਾਰੇ ਤੇ ਤੂੰ ਕਦੇ ਸੋਚਿਆ ਹੀ ਨਹੀਂ। ਤੇਰਾ ਤੇ ਧਨ ਵਾਲੇ ਪਾਸੇ ਹੀ ਖਿਆਲ ਹੋ ਗਿਆ ਸਾਰਾ। ਕੀ ਕਹਿ ਰਹੀ ਹੈ ਸਾਹਿਬਾ, ਮੁਕਤ ਪੰਥ ਤੈ ਜਾਣਿਓ ਨਾਹਿ। ਕਹਿੰਦੇ ਮੁਕਤੀ ਦਾ ਜਿਹੜਾ ਪੰਥ ਕਹਿੰਦੇ ਆ ਰਸਤੇ, ਮੁਕਤ ਪੰਥ ਤੈ ਜਾਣਿਓ ਨਾਹਿਨ, ਧਨ ਜੋਰਨ ਕੋ ਧਾਇਆ। ਕਹਿੰਦੇ ਧਨ ਜੋੜਨ ਦੇ ਲਈ ਤੂੰ ਧਾਵਾ ਬੋਲ ਦਿੰਦੇ ਆ ਨਾ, ਜਿਵੇਂ ਧਾਵਾ ਏਦਾਂ ਲੱਗਿਆ ਹੋਈਆਂ। ਕਹਿੰਦੇ ਤੂੰ ਸਾਰੇ ਪਾਸੇ ਦੌੜਿਆ ਫਿਰਦਾ, ਦੌੜਿਆ ਵੀ ਕਮੇ ਕਦੋਂ ਕਿਸ ਤਰੀਕੇ ਦੇ ਨਾਲ ਮੈਂ ਇਸ ਮਾਇਆ ਨੂੰ, ਧਨ ਨੂੰ ਇਕੱਠਾ ਕਰ ਲਾਂ। ਪਰ ਪਾਤਸ਼ਾਹ ਤੈਨੂੰ ਹਰ ਰੋਜ਼ ਸਮਝਾ ਰਹੇ ਹੈ, ਹਰ ਰੋਜ਼ ਦੱਸਦੇ ਹੈ। ਕਹਿੰਦੇ ਜਿਹੜੇ ਧਨ ਦੇ ਲਈ ਤੂੰ ਧਾਵਾ ਬੋਲਿਆ ਹੋਇਆ ਹੈ ਨਾ, ਇਹਨਾਂ ਦੇ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ। ਆਖਰਕਾਰ ਇਹੀ ਜਿਹੜੇ ਤੈਨੂੰ ਧਨ ਇਕੱਠਾ ਕਰਨ ਦੀ ਸਲਾਹ ਦੇ ਰਹੇ ਆ, ਉਹਨਾਂ ਨੇ ਹੀ ਤੈਨੂੰ ਬੰਨ ਲੈਣਾ। ਅਤੇ ਇਹ ਸਾਰਾ ਕੁਝ ਤੇਰਾ ਜਿੰਨਾ ਕੁ ਤਾਂ ਇਕੱਠਾ ਕਰ ਲਿਆ ਇੱਥੇ ਨਾ, ਇਹ ਤੇਰਾ ਬਿਰਥਾ ਚਲਾ ਜਾਏਗਾ, ਬਿਰਥਾ ਚਲਾ ਜਾਏਗਾ, ਕਿਸੇ ਕੰਮ ਨਹੀਂ ਆਉਣਾ। ਤੂੰ ਐਨੇ ਮਹਿੰਗੇ ਰਤਨ ਆ ਧਨ ਇਕੱਠਾ ਕਰਨ ਦੇ ਲਈ ਲਾ ਦਿੱਤੇ। ਪਾਤਸ਼ਾਹ ਕਹਿ ਰਹੇ ਹੈ ਗੁਰਬਾਣੀ ਦੇ ਵਿੱਚ, ਅੰਤ ਸੰਗ ਕਾਹੂ ਨਹੀਂ ਦੀਨਾ। ਕਾਹੂ ਦਾ ਮਤਲਬ ਕੁਝ ਨਹੀਂ ਤੈਨੂੰ ਦੇਣਾ। ਕਹਿੰਦੇ ਅੰਤ ਵੇਲੇ, ਅੰਤ ਸੰਗ ਕਾਹੂ ਨਹੀਂ ਦੀਨਾ। ਅੰਤ ਲਾਸਟ ਸੰਗ ਆਪਣੇ ਨਾਲ ਕਾਹੂ ਕੁਝ ਵੀ ਨਹੀਂ ਦੇਣਾ। ਕਹਿੰਦੇ ਇਹਨਾਂ ਨੇ ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਉਹ ਸਾਰਾ ਬਿਰਥਾ ਗਿਆ ਅਤੇ ਤੈਨੂੰ ਇਹਨਾਂ ਜੀਵਾਂ ਨੇ ਬੰਨ ਲੈਣਾ, ਤੈਨੂੰ ਬੰਨ ਲੈਣਾ ਤੈਨੂੰ। ਗੁਰਮੁਖ ਪਿਆਰਿਓ, ਕਿਉਂ ਹੋਇਆ ਇਹ ਸਭ ਕੁਝ? ਪਾਤਸ਼ਾਹ ਕਹਿੰਦੇ ਨਾ ਹਰ ਭਜਿਓ, ਨਾ ਗੁਰ ਸੇਵਿਓ। ਕਹਿੰਦੇ ਤੂੰ ਹਰੀ ਦੀ ਭਜਿਆ ਹੀ ਨਹੀਂ, ਜਪਿਆ ਹੀ ਨਹੀਂ, ਆਰਾਧਿਆ ਹੀ ਨਹੀਂ, ਸੇਵਾ ਨਹੀਂ ਕੀਤੀ ਹਰੀ ਦੀ। ਪਰ ਹਰੀ ਦੀ ਸੇਵਾ ਕੀ ਕਰਨੀ ਹੈ? ਸਾਨੂੰ ਤੇ ਇਹ ਹੀ ਨਹੀਂ ਪਤਾ ਵੀ ਹਰੀ ਦੀ ਸੇਵਾ ਕਿਹੜੀ ਹੈ। ਅਸੀਂ ਤੇ ਇਹ ਹਰੀ ਦੀ ਸੇਵਾ ਸਮਝ ਲਈ, ਉੱਥੇ ਦੋ ਇੱਟਾਂ ਪੁੱਠੀਆਂ ਸਿੱਧੀਆਂ ਜਿਹੀਆਂ ਕਰਕੇ ਧਰ ਦਿੱਤੀਆਂ, ਉਸੇ ਨੂੰ ਬਾਬਾ ਮੰਨ ਲਿਆ, ਉਸੇ ਦੇ ਸਿਰ 'ਚ ਸਵੇਰੇ ਜਾ ਕੇ ਪਾਣੀ ਪਾਇਆ ਆ ਦੋ ਇੱਟਾਂ ਤੇ। ਉਹ ਭਲਿਆ, ਤੂੰ ਆਪਣੇ ਆਪ ਹੀ ਬਾਬਾ ਬਣਾ ਲਿਆ, ਆਪਣੇ ਆਪ ਹੀ ਤੂੰ ਰੱਬ ਬਣਾ ਲਿਆ। ਰੱਬ ਨੇ ਤੇ ਤੈਨੂੰ ਘੜਨ ਦੇ ਲਈ ਪਤਾ ਨਹੀਂ ਕੀ ਕੁਝ ਕੀਤਾ ਹੈ। ਧਿਆਨ ਦੇ, ਤੇਰੇ ਅੰਦਰ ਕੀ ਕੁਝ ਬਣਾਇਆ ਮੇਰੇ ਸਾਹਿਬਾਂ ਨੇ। ਕਿੱਥੇ ਬਹਿ ਕੇ ਤੇਰੀ ਘਾੜਤ ਘੜੀ ਹੈ? ਭਵਜਲ ਦੇ ਵਿੱਚ ਬਹਿ ਕੇ ਤੇਰੀ ਘਾੜਤ ਘੜੀ ਹੈ। ਅਤੇ ਤੂੰ ਦੋ ਇੱਟਾਂ ਬਣਾ ਕੇ ਧਰ ਕੇ ਬਾਬਾ ਬਣਾ ਲਿਆ, ਰੱਬ ਬਣਾ ਲਿਆ। ਧਿਆਨ ਦਿਓ ਗੁਰਮੁਖ ਪਿਆਰਿਓ, ਧਿਆਨ ਦਿਓ। ਹੁਣ ਇਹ ਮੱਤ ਲੈਣ ਦੇ ਲਈ
ਇਹ ਧਨ ਨੂੰ ਵਿਛਾੜਨ ਦੇ ਲਈ, ਉਸ ਮਾਲਕ ਨੂੰ ਪਾਉਣ ਦੇ ਲਈ, ਉਹਦੇ ਵਚਨਾਂ ਨੂੰ ਮੰਨਣ ਦੇ ਲਈ ਫਿਰ ਇੱਕੋ ਇੱਕ ਉਪਰਾਲਾ ਹੈ। ਕਿਹੜਾ? ਜਿਹੜਾ ਪਾਤਸ਼ਾਹ ਨੇ ਕਹਿ ਦਿੱਤਾ, ਜਿਹੜਾ ਤੈਨੂੰ ਉੱਥੋਂ ਛਡਾਉਣਾ ਹੈ ਜਦੋਂ ਤੈਨੂੰ ਜਮਾਂ ਨੇ ਬੰਨ ਲਿਆ। ਜਦੋਂ ਤੈਨੂੰ ਜਮਾਂ ਨੇ ਬੰਦ ਲਿਆ ਤੇ ਹਰ ਕੋ ਨਾਮ ਛਡਾਵਣਾ, ਉੱਥੇ ਤੈਨੂੰ ਹਰੀ ਦੇ ਨਾਮ ਨੇ ਛਡਾ ਲੈਣਾ। ਉਹ ਭਲਿਆ ਹੋਰ ਨਹੀਂ ਤੈਨੂੰ ਕਿਸੇ ਨੇ ਛਡਾਉਣਾ। ਫਿਰ ਗੁਰਮੁਖ ਪਿਆਰਿਓ, ਹੁਣ ਕਹਾਂ ਅਸੀਂ ਕਿਉਂ ਨਹੀਂ ਨਾਮ ਜਪ ਲੈਂਦੇ? ਕਿਉਂ ਨਹੀਂ ਜਪ ਲੈਂਦੇ? ਹੁਣ ਆਪਾਂ ਕੋਸ਼ਿਸ਼ ਕਰਾਂਗੇ ਉਸ ਮਾਲਕ ਦੀ, ਉਸ ਸਾਈਂ ਦੇ ਨਾਮ ਨੂੰ ਜਪਣ ਦੀ। ਪਰ ਨਾਮ ਜਪਣ ਤੋਂ ਨਾਲ ਨਾਲ ਥੋੜਾ ਜਿਹਾ ਦੱਸਦੇ ਜਾਈਏ ਕਿ ਅੱਜ ਆਪਾਂ ਨੇ ਛੋਟਾ ਜਿਹਾ ਇੱਕ ਉਪਰਾਲਾ ਕੀਤਾ। ਆਪਣੇ ਹੀ ਗ੍ਰਹਿ ਵਿਖੇ ਛੋਟਾ ਜਿਹਾ ਇੱਕ ਪ੍ਰੋਗਰਾਮ ਬਣਾਏ, ਜਿਸ ਦੇ ਵਿੱਚ 5-4 ਘੰਟੇ ਇਕੱਠੇ ਬਹਿ ਕੇ ਆਪਾਂ ਉਸ ਹਰੀ ਦਾ ਸਿਮਰਨ ਕਰਾਂਗੇ, ਉਸ ਮਾਲਕ ਦੀ ਭਗਤੀ ਕਰਾਂਗੇ, ਉਸ ਮਾਲਕ ਦੀ ਬੰਦਨਾ ਬੰਦਗੀ ਕਰਾਂਗੇ। ਗੁਰਮੁਖ ਪਿਆਰਿਓ, ਜਿੰਨੇ ਕੁ ਜੀਵ ਪਹੁੰਚ ਸਕਦੇ ਆ, 50, 60, 100 ਕਿਲੋਮੀਟਰ ਤੋਂ ਜਿੱਥੋਂ ਜਿੱਥੋਂ ਵੀ ਜਿਹੜਾ ਵੀ ਜੀਵ ਪਹੁੰਚਣਾ ਚਾਹੁੰਦਾ ਉਹ ਪਹੁੰਚਣ ਦੀ ਕੋਸ਼ਿਸ਼ ਕਰਿਓ। ਜੇ ਕੋਈ ਨੇੜੇ ਤੇੜੇ ਆ ਕੇ ਰੁਕ ਜਾਂਦਾ, ਨਹੀਂ ਪਤਾ ਲੱਗਦਾ, ਨੰਬਰ ਦਿੱਤਾ ਹੋਇਆ ਨਿਰਮਲ ਸਿੰਘ ਦਾ ਵਿੱਚ, ਬਾਕੀ ਵੀ ਸਾਰੇ ਪ੍ਰਬੰਧਕਾਂ ਦੇ ਨੰਬਰਾਂ ਦਾ ਤੁਹਾਨੂੰ ਪਤਾ ਹੈ। ਨਿਰਮਲ ਸਿੰਘ ਇੱਥੇ ਹੋਣਗੇ, ਚਰਨਜੀਤ ਸਿੰਘ ਵੀ ਇੱਥੇ ਹੀ ਹੋਣਗੇ, ਜਤਿੰਦਰ ਸਿੰਘ ਵੀ ਇੱਥੇ ਹੀ ਹੋਣਗੇ। ਕਿਸੇ ਵੀ ਗੁਰਮੁਖ ਦੇ ਨੰਬਰ ਤੇ ਫੋਨ ਕਰਕੇ ਮਦਦ ਲੈ ਸਕਦੇ ਹੋ। ਜੇ ਲੋੜ ਪਈ, ਇਸ ਵੇਲੇ ਮੌਸਮ ਬਾਰਿਸ਼ ਦਾ ਬਣਿਆ ਹੋਇਆ, ਬਾਰਿਸ਼ ਚੱਲ ਰਹੀ ਹੈ, ਤਾਂ ਗੁਰਮੁਖ ਪਿਆਰਿਓ ਥੋੜੀ ਬੜੇ ਦੂਰ ਜਿੱਥੇ ਤੁਸੀਂ ਬੱਸ ਤੇ ਆ ਗਏ, ਅੱਗੇ ਜਗ੍ਹਾ ਨਹੀਂ, ਰਸਤਾ ਨਹੀਂ ਮਿਲ ਰਿਹਾ, ਤਾਂ ਗੱਡੀ ਵੀ ਮੰਗਾ ਸਕਦੇ ਹੋ, ਕੋਈ ਗੱਲ ਨਹੀਂ, ਗੱਡੀ ਵੀ ਭੇਜ ਦਿਆਂਗੇ। ਪਰ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਸਾਰੇ ਇਕੱਠੇ ਬਹਿ ਕੇ ਉਸ ਮਾਲਕ ਦੇ ਗੁਣ ਗਾਇਨ ਕਰ ਸਕੀਏ, ਥੋੜਾ ਬੜਾ ਚਿਰ ਧਿਆਨ ਦੇ ਵਿੱਚ ਬਹਿ ਸਕੀਏ, ਧਿਆਨ ਦੀ ਕਲਾਸ ਲਾ ਸਕੀਏ। ਗੁਰਮੁਖ ਪਿਆਰੇ, ਵੈਸੇ ਤੇ ਆਪਾਂ ਨੇ ਇਹ ਸਮਾਗਮ ਬਣਾਉਣਾ ਸੀ ਥੋੜਾ ਬੋਲ ਕੇ, 5-4 ਦਿਨ ਪਹਿਲਾਂ ਦੱਸ ਕੇ ਸੰਗਤਾਂ ਨੂੰ ਤਿਆਰੀ ਕਰਕੇ ਸੰਡੇ ਵਾਲੇ ਦਿਨ ਕਰਨਾ ਸੀ, ਪਰ ਇੱਕ ਥੋੜਾ ਜਿਹਾ ਇਹ ਜਲਦੀ ਆਪਾਂ ਨੂੰ ਤਾਂ ਕਰਨਾ ਪੈ ਗਿਆ ਕਿ ਆਪਣੇ ਕੋਲੇ ਅੱਜ ਸੰਤ ਬਾਬਾ ਸੁਖਦੇਵ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲੇ ਪਹੁੰਚ ਰਹੇ ਆ। ਦਾਸ ਨੇ ਸੋਚਿਆ ਵੀ ਜਦੋਂ ਸੰਤ ਜੀ ਪਹੁੰਚ ਰਹੇ ਆ, ਚਲੋ ਨਾਲ ਸੰਗਤ ਦੇ ਵੀ ਦਰਸ਼ਨ ਹੋ ਜਾਣੇ ਆ, ਸੰਗਤ ਵੀ ਦਰਸ਼ਨ ਕਰ ਲੇਗੀ ਮਹਾਂਪੁਰਸ਼ਾਂ ਦੇ, ਅਤੇ ਉਹਨਾਂ ਦੇ ਨਾਲ ਵੀ ਆਪਾਂ ਬਹਿ ਕੇ ਕੁਝ ਦੇਰ ਵਿਚਾਰ ਵਟਾਂਦਰਾ ਕਰਾਂਗੇ। ਗੁਰਮੁਖ ਪਿਆਰੇ, ਇਸ ਕਰਕੇ ਸਾਰੇ ਗੁਰਮੁਖਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਹੁਣ ਗੁਰਮੁਖੋ ਆਪਾਂ ਸਿਮਰਾਂਗੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜਿਹੜਾ ਸੁਖ ਪਾਉਣ ਦੀ ਗੱਲ ਹੈ ਨਾ, ਉਹ ਆਪਾਂ ਸਿਮਰਨ ਕਰ ਕਰਕੇ ਪਾਵਾਂਗੇ, ਸਿਮਰਨ ਕਰ ਕਰਕੇ, ਅਤੇ ਸਿਮਰਾਂਗੇ ਵੀ ਗੁਰੂ ਦੀ ਮੱਤ ਦੁਆਰਾ। ਅੰਦਰ ਪਾਉਣ ਜਾਂਦੀ ਹੈ ਵਾਹ ਤੇ ਬਾਹਰ ਪਾਉਣ ਜਾਂਦੀ ਹੈ ਗੁਰੂ। ਨੇਤਰਾਂ ਨੂੰ ਬੰਦ ਕਰ ਲੈਣਾ, ਆਪਣੀ ਆਵਾਜ਼ ਆਪ ਸੁਣ ਲੈਣੀ, ਆਪਣੀ ਆਵਾਜ਼ ਆਪ ਸੁਣ ਲੈਣੀ। ਕਰੋ ਜੀ ਗੁਰਮੁਖੋ ਨੇਤਰ ਬੰਦ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ